ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ। ओए भी चंदन हुए रहे, बसे जो चंदन पास। कबीर चंदन का बिरवा भला, बेड़ियो ढाक पलास। ओए भी चंदन होए रहे, बसे जो चंदन पास। भगत जी समझाउणा चाहुंदे ने संगत बारे। ਜਿਹੜੇ ਗੁਰਸ਼ਬਦ ਦੀ ਸੰਗਤ ਕਰਨਗੇ, ਸੱਤ ਦੀ ਸੰਗਤ ਕਰਨਗੇ, ਉਹਨਾਂ ਦਾ ਜੀਵਨ ਕਿਹੋ ਜਿਹਾ ਹੋ ਜਾਊਗਾ ਔਰ ਪਹਿਲਾਂ ਕਿਹੋ ਜਿਹਾ ਹੁੰਦਾ ਆਪਣਾ ਜੀਵਨ, ਉਹਦੇ ਬਾਰੇ ਭਗਤ ਜੀ ਸਮਝਾ ਰਹੇ ਨੇ। ਕਬੀਰ ਚੰਦਨ ਕਾ ਬਿਰਵਾ ਭਲਾ, ਚੰਦਨ ਦਾ ਬ੍ਰਿਸ਼ ਹੈ, ਉਹ 'ਚੋਂ ਖੁਸ਼ਬੂ ਹੀ ਪੈਦਾ ਹੁੰਦੀ ਹੈ, ਉਹਦਾ ਕਿਰਦਾਰ ਹੀ ਖੁਸ਼ਬੂ ਪੈਦਾ ਕਰਨਾ ਹੈ, ਦੂਏ ਨੂੰ ਖੁਸ਼ਬੂ ਕਰ ਦੇਣਾ। ਬੇੜਿਓ ਢਾਕ ਪਲਾਸ, ਢਾਕ ਪਲਾਸ ਇੱਕ ਲੱਕੜੀ ਹੈ ਭਾਈ, ਜਿਹਦੀ ਲੱਕੜ ਜਾਂ ਕੋਈ ਵੀ ਚੀਜ਼ ਪੱਤਾ ਉਹਦਾ ਕੰਮ ਨਹੀਂ ਆਉਂਦਾ ਹੈਗਾ, ਬਿਲਕੁਲ ਨਿੱਲ ਜਿਹਨੂੰ ਆਪਾਂ ਕਹਿ ਦਈਏ, ਡੈਡ। ਇਹੋ ਜਿਹੀ ਲੱਕੜੀ ਹੈ, ਇਹੋ ਜਿਹਾ ਸਾਡਾ ਸੰਸਾਰੀ ਜੀਵਨ ਹੁੰਦਾ ਭਾਈ। ਪਹਿਲਾਂ ਜਦ ਤੱਕ ਅਸੀਂ ਗੁਰਬਾਣੀ ਨਾਲ ਨਹੀਂ ਜੁੜੇ ਹੁੰਦੇ, ਗੁਰਸ਼ਬਦ ਨਾਲ ਨਹੀਂ ਜੁੜੇ ਹੁੰਦੇ, ਧਰਮ ਕਰਮ ਨੂੰ ਸਮਝਿਆ ਨਹੀਂ, ਜੇ ਆਪਾਂ ਸਤਿਗੁਰਾਂ ਦੇ ਵਚਨ ਲਈਏ, ਸਾਧ ਅਸਾਧ ਜਾਣਿਓ ਨਹੀਂ, ਸਾਧ ਕੀ ਹੈ ਅਸਾਧ ਕੀ ਹੈ। ਸਾਡਾ ਜੀਵਨ ਇਹੋ ਜਿਹਾ ਹੁੰਦਾ ਭਾਈ, ਢਾਕ ਪਲਾਸ ਲੱਕੜੀ ਵਰਗਾ। ਪਰ ਭਗਤ ਜੀ ਸਮਝਾਉਂਦੇ ਨੇ, ਉਹੀ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਕਹਿੰਦੇ ਜਿਹੜੇ ਚੰਦਨ ਦੇ ਬ੍ਰਿਸ਼ ਕੋਲ ਜਿੰਨੇ ਵੀ ਲੱਕੜੀਆਂ ਬ੍ਰਿਸ਼ ਕੋਈ ਵੀ ਚੀਜ਼ ਹੁੰਦੀ, ਉਹਨਾਂ 'ਚ ਵੀ ਖੁਸ਼ਬੂ ਪੈਦਾ ਹੋ ਜਾਂਦੀ। ਬਾਣੀ ਦਾ ਰੂਪ ਐਸਾ ਹੈ ਭਾਈ, ਜੇ ਇਹ ਕਿਸੇ ਗੁਰਸਿੱਖ ਦੇ ਅੰਦਰ ਪ੍ਰਗਟ ਹੋ ਜਾਵੇ, ਪ੍ਰਗਟ ਕਿਵੇਂ ਹੁੰਦੀ ਹੈ? ਹੁਣ ਆਪਾਂ ਰਹਿ ਰਸ ਦੇ ਬਚਨ ਲਈਏ, ਇਹ ਚੰਦਨ ਕਿਵੇਂ ਪ੍ਰਗਟ ਹੁੰਦਾ ਵਾ? ਰਹਿ ਰਸ ਦੇ ਵਿੱਚ ਸਤਿਗੁਰਾਂ ਦੇ ਵਚਨ ਨੇ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰਸਾਖੀ ਤੋਂ ਭਾਵ ਹੈ ਗੁਰੂ ਦੀ ਸਿੱਖਿਆ, ਜਿਹੜੀ ਬਾਣੀ ਨੂੰ ਸੁਣਦੇ ਰਹਿੰਦੇ ਨੇ, ਵਿਚਾਰਦੇ ਰਹਿੰਦੇ, ਉਹਨਾਂ ਦੇ ਅੰਦਰ ਪ੍ਰਗਟ ਹੁੰਦੀ ਹੈ ਭਾਈ। ਇਹੀ ਤਾਂ ਚੰਦਨ ਹੈ, ਇਹੀ ਤਾਂ ਫੈਲਦਾ ਫਿਰ ਇਹ ਗੁਰਸ਼ਬਦ ਲੰਗਰ। ਵੱਧ ਤੋਂ ਜਾਏ ਤੋਟ ਨਾ ਆਵੀ। ਗੁਰਬਾਣੀ ਜਿਹੜਾ ਲੰਗਰ ਦੀ ਗੱਲ ਕਰਦੀ ਹੈ, ਗੁਰਸ਼ਬਦ ਲੰਗਰ ਦੀ ਗੱਲ ਕਰਦੀ ਹੈ। ਇਹ ਵੱਧਦਾ ਹੀ ਚੱਲਿਆ ਜਾਂਦਾ, ਜਿਹੜਾ ਸੰਸਾਰ ਹੀ ਇਹ ਤਾਂ ਚੱਲਦਾ ਹੀ ਰਹਿੰਦਾ ਭਾਈ। ਜੋ ਅਸੀਂ ਸੰਸਾਰ 'ਚ ਧਰਮ ਕਰਮ ਕਰਦੇ ਹਾਂ ਸਰੀਰ ਕਰਕੇ, ਇਹ ਤਾਂ ਸਰੀਰ ਤੱਕ ਹੀ ਸਹਿਮਤ ਨੇ। ਸਰੀਰ ਕਰਕੇ ਇਹ ਜਗ ਕਰਦੇ ਹਾਂ ਅਸੀਂ, ਸਰੀਰ ਕਰਕੇ ਇਹ ਪੁੰਨਦਾਨ ਕਰਦੇ ਹਾਂ, ਪਰ ਸਾਨੂੰ ਸਮਝ ਹੀ ਨਹੀਂ ਹੁੰਦੀ ਹੈਗੀ, ਕਿਉਂਕਿ ਕਿਹੋ ਜਿਹਾ ਸਾਡਾ ਜੀਵਨ ਹੁੰਦਾ, ਉਹ ਢਾਕ ਪਲਾਸ ਲੱਕੜੀ ਵਰਗਾ। ਪਰ ਮੰਨਦੇ ਹਾਂ ਅਸੀਂ ਆਪਦੇ ਆਪ ਨੂੰ ਚੰਦਨ, ਮਨ ਨੂੰ ਗਿਆਨ ਹੀ ਨਹੀਂ ਹੈਗਾ। ਹਾਂ, ਮਨ ਦੇ ਵਿੱਚ ਹੰਕਾਰ ਹੁੰਦਾ ਵਾ, ਜਿਹੜਾ ਹੰਕਾਰ ਹੈ ਉਹੀ ਸਾਨੂੰ ਜੋੜ ਨਹੀਂ ਦਿੰਦਾ ਹੈਗਾ। ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੀਆਂ ਇਕਠਾਏ। ਸਤਿਗੁਰ ਸਮਝਾਉਂਦੇ ਨੇ, ਕਹਿੰਦੇ ਜੇ ਨਾਮ ਹੈ ਤਾਂ ਹਉਮੈ ਨਹੀਂ ਰਹਿ ਸਕਦੀ ਭਾਈ, ਜੇ ਹਉਮੈ ਆ ਤਾਂ ਫਿਰ ਨਾਮ ਨਹੀਂ ਆ ਸਕਦਾ। ਇਹ ਹਉਮੈ ਕਿਵੇਂ ਜਾਵੇ? ਆਸਾ ਦੀ ਵਾਰ ਦੇ ਜੇ ਆਪਾਂ ਬਚਨ ਲਈਏ ਸਤਿਗੁਰਾਂ ਦੇ, ਹਉਮੈ ਕਿੱਥੋਂ ਉਪਜੇ, ਇਹ ਕਿਵੇਂ ਪੈਦਾ ਹੁੰਦੀ ਹੈ? ਇੱਛਾ ਕਿਵੇਂ ਪੈਦਾ ਹੁੰਦੀਆਂ ਨੇ? ਇੱਛਾ ਪੈਦਾ ਹੋ ਜਾਂਦੀਆਂ ਭਾਈ, ਅੱਖਾਂ ਦੇਖਦੀਆਂ ਨੇ ਇੱਛਾ ਪੈਦਾ ਕਰ ਲੈਂਦੀਆਂ ਨੇ, ਕੰਨ ਸੁਣਦੇ ਨੇ ਇੱਛਾ ਪੈਦਾ ਕਰ ਲੈਂਦੇ ਨੇ, ਖਾਂਦੇ ਆ ਕੋਈ ਚੀਜ਼ ਸਵਾਦ ਲੱਗਦੀ ਹੈ ਉਹਦੀ ਹੋਰ ਇੱਛਾ ਪੈਦਾ ਕਰ ਲੈਂਦੇ ਆ। ਇਹ ਜਿਹੜੇ ਸਾਡੇ ਗਿਆਨ ਇੰਦਰੀ ਨੇ, ਇਹ ਸਾਰੇ ਹੀ ਸਾਨੂੰ ਫਸਾਉਣ ਵਾਲੇ ਨੇ, ਇਹ ਤੋਂ ਛਡਾਉਣ ਵਾਲਾ ਕੋਈ ਵੀ ਨਹੀਂ ਹੈਗਾ। ਪਾਠ ਭਜਨ ਵੀ ਅਸੀਂ ਕਰਦੇ ਹਾਂ, ਪਰ ਜਿਹੜੇ ਸਾਡੇ ਗਿਆਨ ਇੰਦਰੀਆਂ ਦੀ ਡੋਰ ਹੈ ਉਹ ਰਾਮ ਸਰੋਵਰ ਤੱਕ ਨਹੀਂ ਪਹੁੰਚਦੀ, ਕਿਉਂਕਿ ਜਿੱਥੇ ਬੁੱਧੀਮਾਨ ਬੈਠੇ ਨੇ, ਇਹ ਸਾਰੇ ਜਿਹੜੇ ਦਰਵਾਜ਼ੇ 9 ਦਰਵਾਜ਼ੇ ਨੇ ਫਿੱਕੇ ਨੇ। ਰਸ ਤਾਂ ਆਉਂਦੇ ਨੇ ਪਰ ਉਹ ਸਰੀਰ ਕਰਕੇ ਆਉਂਦੇ ਨੇ। ਜਿਹੜਾ ਅੰਮ੍ਰਿਤ ਰਸ ਆਉਣਾ ਉਹ 10ਵੇਂ 'ਚ ਹੈ। ਸਤਿਗੁਰਾਂ ਦੇ ਵਚਨ ਲਈਏ ਆਪਾਂ, 9 ਦਰਵਾਜ਼ੇ 10ਵਾਂ ਦਵਾਰ ਬੁਝਰੇ ਗਿਆਨੀ ਵਿਚਾਰ। ਕਿਸੇ ਮਹਾਤਮਾ ਨੂੰ ਸਮਝਾ ਰਹੇ ਨੇ, ਬੜੀਆਂ ਲੰਬੀਆਂ ਲੰਬੀਆਂ ਜਟਾਂ ਸੀਗੀਆਂ ਉਹਦੀਆਂ, ਬੜੇ ਸ਼ਰਧਾਲੂ ਉਹਨੂੰ
ਚੱਕੀ ਜਾਂਦੇ ਸੇਵਾ ਕਰਦੇ ਸੀ ਉਹਦੇ। ਅਤੇ ਸਤਿਗੁਰਾਂ ਨੂੰ ਹਰਿਦੁਆਰ ਮਿਲਿਆ ਉਹ। ਸਤਿਗੁਰਾਂ ਦਾ ਸਮਝਾਉਣ ਦਾ ਤਰੀਕਾ ਇਹੋ ਜਿਹਾ ਸੀਗਾ, ਜਿਹੜਾ ਵੀ ਉਹਨਾਂ ਨੂੰ ਸੁਣ ਲੈਂਦਾ ਸੀ ਉਹਨਾਂ ਦਾ ਜੀਵਨ ਬਦਲ ਜਾਂਦਾ ਸੀ। ਉਹਨਾਂ ਦੀ ਵਿਚਾਰ ਹੀ ਐਸੀ ਸੀ, ਸਾਡੇ ਸਤਿਗੁਰਾਂ ਦੀ ਭਗਤਾਂ ਦੀ ਵਿਚਾਰ ਹੀ ਐਸੀ, ਜੋ ਵੀ ਇਹਨੂੰ ਸੁਣੂਗਾ ਭਾਈ ਉਹਦੇ ਅੰਦਰ ਚੰਦਨ ਕਿਵੇਂ ਨਹੀਂ ਪੈਦਾ ਹੋਊਗਾ, ਖੁਸ਼ਬੂ ਕਿਵੇਂ ਨਹੀਂ ਪੈਦਾ ਹੋਊਗੀ ਬਾਣੀ ਦੀ, ਉਹਦੇ ਕਿਰਦਾਰ ਤੋਂ ਪੜ੍ਹੀ ਜਾਊਗੀ। ਇਹੀ ਤਾਂ ਨਿਸ਼ਾਨ ਹੈ, ਕਰਮ ਸੱਚਾ ਨਿਸ਼ਾਨ। ਪਰ ਉਹ ਸਰੀਰ ਕਰਕੇ ਜੁੜਿਆ ਸੀ ਵਿਚਾਰਾ, ਜਟਾਂ ਸੀ ਬਹੁਤ ਲੰਬੀਆਂ। ਸਤਿਗੁਰਾਂ ਨੇ ਸਮਝਾਇਆ ਵੀ 9 ਦਰਵਾਜੇ ਨਵੇਂ ਦਰ ਫੀਕੇ, 10ਵੇਂ ਅੰਮ੍ਰਿਤ ਚਵੀਜੇ ਰੇ। ਉਹ ਇਹ ਤਾਂ ਭਾਈ ਸਰੀਰਕ ਰਸ ਨੇ, ਜਟਾਂ ਵਧਾ ਲੈਣੀਆਂ, ਹੱਡ ਜੋਗ ਕਰ ਲੈਣੇ, ਧੂਣੀਆਂ 'ਚ ਖੜ ਲੈਣਾ, ਇਹ ਤਾਂ ਇੱਕ ਹੰਕਾਰ ਹੈ। ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਉਤਾਰੇ। ਤਾਂ ਕਦੇ ਜੰਮਦਾ ਮਰਦਾ ਰਹਿੰਦਾ ਜੀਵ ਭਾਈ ਫਿਰੇ, ਇਹ 'ਚੋਂ ਤਾਂ ਹੰਕਾਰ ਪੈਦਾ ਹੁੰਦਾ। ਹੰਕਾਰ ਕਿਵੇਂ ਜਾਵੇ? ਆਪਾਂ ਪਿੱਛੇ ਵਿਚਾਰ ਕੀਤੀ ਹੈ ਆਸਾ ਦੀ ਵਾਰ, ਸਤਿਗੁਰਾਂ ਦੇ ਬਚਨ ਲਈਏ। ਹਉਮੈ ਕਿੱਥੋਂ ਉਪਜੇ, ਕਿਤੇ ਸੰਜਮ ਇਹ ਜਾਏ, ਹੁਣ ਕਿਹੜੀ ਵਿਧੀ ਨਾ ਜਾਵੇ। ਇਹ ਸਾਡੇ ਅੰਦਰ ਹਉਮੈ ਚਲੀ ਜਾਵੇ, ਸਾਨੂੰ ਸਮਝ ਆ ਜਾਵੇ ਅਸੀਂ ਸਾਡਾ ਸੰਸਾਰ 'ਤੇ ਆਉਣ ਦਾ ਕੀ ਕਾਰਨ ਹੈ। ਕਹਿੰਦੇ ਕਿਰਪਾ ਕਰੀ ਤਾਂ ਆਪਣੀ ਗੁਰ ਕਾ ਸ਼ਬਦ ਕਮਾਏ। ਇਹ ਭਾਈ ਗੁਰ ਕੇ ਸ਼ਬਦ ਦੀ ਕਮਾਈ ਕਰਨੀ ਹੈ। ਗੁਰੂ ਵੱਡਾ ਹੁੰਦਾ, ਇਹਨੂੰ ਸੁਣੀਦਾ ਹੁੰਦਾ ਵਾ। ਸਾਡੀ ਮਨਬੁੱਧੀ ਦਾ ਤਾਂ ਵਿਸ਼ਾ ਹੀ ਨਹੀਂ ਵੀ ਅਸੀਂ ਗੁਰਬਾਣੀ ਨੂੰ ਪੜ੍ਹ ਕੇ ਸਮਝ ਲਾਂਗੇ, ਪਰ ਫਿਰ ਵੀ ਲੋਕ ਲੱਗੇ ਹੋਏ ਨੇ। ਮਨ ਦਾ ਸੁਭਾਅ ਹੋਰ ਵਿਗੜ ਜਾਂਦਾ ਵਾ। ਜੇਤਾ ਪੜ੍ਹਿਆ ਤੇਤਾ ਕੜ੍ਹਿਆ, ਇਹ ਵੀ ਆਸਾ ਦੀ ਵਾਰ ਸਤਿਗੁਰਾਂ ਦੇ ਵਚਨ ਨੇ। ਜਿੰਨਾ ਅਸੀਂ ਵੱਧ ਪਾਠ ਕਰਦੇ ਉਹਨਾਂ ਮਨ ਵਿਗੜੀ ਜਾਂਦਾ। ਮੈਂ ਤੇਰੇ ਇੰਨੇ ਪਾਠ ਕਰ ਲਏ, ਮੈਂ ਤੇਰੇ ਇੰਨੀ ਵਾਰ ਸੁਖਮਨੀ ਸਾਹਿਬ ਕਰ ਲਏ, ਮੇਰਾ ਕੰਮ ਕਦੇ ਨਹੀਂ ਹੋਇਆ। ਕੰਮ ਕਦੇ ਭਾਈ ਪਾਠ ਕਰੇ ਤੇ ਹੁੰਦਾ ਵਾ। ਇਹ ਤਾਂ ਆਤਮਿਕ ਸੁੱਖ ਲਈ ਬਾਣੀ ਹੈ, ਸਰਬ ਸਾਂਝੀ ਗੁਰਬਾਣੀ। ਜਿਹੜੇ ਐਡੇ ਐਡੇ ਅਮੀਰ ਹੋ ਗਏ ਭਾਈ, ਫਿਰ ਉਹ ਕਿਹੜਾ ਪਾਠ ਕਰਦੇ ਨੇ? ਉਹ ਵਿਸ਼ਾ ਨਹੀਂ, ਆਤਮਿਕ ਸੁੱਖ ਲਈ ਹੈ, ਆਤਮਾ ਦੀ ਗਤੀ ਹੋਣੀ ਹੈ। ਸਰੀਰ ਕਰਕੇ ਤਾਂ ਅਸੀਂ ਗਤੀ ਕਰਾਉਂਦੇ ਹਾਂ। ਸਾਡੇ ਧਰਮ ਸੰਸਾਰ ਬਣੇ ਹੋਏ ਨੇ ਬਾਹਰ, ਸਾਰੇ ਧਰਮਾਂ ਦੇ ਬਣੇ ਹੋਏ ਨੇ। ਉਹ ਤਾਂ ਭਾਈ ਸਰੀਰ ਕਰਕੇ ਆਤਮਾ ਤਾਂ ਭਟਕਦੀ ਹੈ। ਆਤਮਾ ਦੀ ਗਤੀ ਕਿਵੇਂ ਹੋਊਗੀ? ਆਤਮਾ ਦੀ ਗਤੀ ਹੋਣੀ ਹੈ ਜਦੋਂ ਆਤਮਾ ਨੇ ਪ੍ਰਾਤਮਾ ਦਾ ਦਰਸ਼ਨ ਕਰਨਾ ਹੈ। ਇਹ ਤਾਂ ਸਿੱਧਾ ਹੀ ਪਰਮਾਤਮਾ ਦਾ ਦਰਸ਼ਨ ਭਾਲਦੀ ਹੈ। ਪਰਮਾਤਮਾ ਤਾਂ ਭਾਈ ਹੁਕਮ ਤਾਂ ਬਹੁਤ ਵੱਡੀ ਸ਼ਕਤੀ ਹੈ, ਇਹਨੂੰ ਭੁੱਲ ਕੇ ਵੀ ਉੱਧਰ ਧਿਆਨ ਸੁਣ ਲਾਉਣ ਦੀ ਲੋੜ ਨਹੀਂ ਹੈਗੀ। ਉਹ ਤਾਂ ਧਿਆਨ ਸਾਰਿਆਂ 'ਤੇ ਰੱਖ ਹੀ ਰਿਹਾ ਵਾ। ਅਸੀਂ ਤਾਂ ਮਨ ਨੂੰ ਵਸ ਕਰਨਾ ਹੈ। ਇਹ ਮਨ ਨੂੰ ਵਸ ਕਰਨ ਦੀ ਵਿਧੀ ਹੈ। ਫਿਰ ਇਹ 'ਚੋਂ ਇਹ ਚੰਦਨ ਦੀ ਖੁਸ਼ਬੂ ਪੈਦਾ ਹੋਣੀ ਹੈ, ਸੱਚ ਦਾ ਗਿਆਨ। ਸਤ ਸੰਗਤ ਵੀ ਇਹਨੂੰ ਕਿਹਾ ਬਾਣੀ ਵਿੱਚ, ਸਤਸੰਗ ਬੜਭਾਗੀ ਪਾਵੇ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ। ਜਦ ਤੱਕ ਇਹਨੂੰ ਸੱਚ ਦਾ ਗਿਆਨ ਨਹੀਂ, ਸੱਤ ਦੀ ਸੰਗਤ ਨਹੀਂ ਹੁੰਦੀ ਅੰਤਰਾਤਮਾ ਦੀ, ਇਹਦੇ ਅੰਦਰ ਮੈਲ ਭਰੀ ਜਾਂਦੀ ਹੈ। ਫਿਰ ਇਹਨੂੰ ਸਮਝ ਆਉਂਦਾ ਸੱਚ ਦੇ ਗਿਆਨ ਤੋਂ ਬਾਅਦ। ਹਉਮੈ ਬੂਝੇ ਤਾਂ ਦਰ ਸੂਝੇ, ਜਪਜੀ ਸਾਹਿਬ ਸਤਿਗੁਰਾਂ ਦੇ ਬਚਨ। ਹਉਮੈ ਚਲੀ ਜਾਂਦੀ ਹੈ, ਫਿਰ ਸਾਨੂੰ ਸਮਝ ਆਉਂਦੀ ਹੈ ਵੀ ਸਾਡਾ ਸੰਸਾਰ 'ਤੇ ਆਉਣ ਦਾ ਕੀ ਕਰਨਾ। ਹਉਮੈ ਤੋਂ ਬਾਅਦ ਸਾਡੀ ਫਿਰ ਗਤੀ ਹੁੰਦੀ ਹੈ, ਆਤਮਾ ਦੀ ਗਤੀ ਹੁੰਦੀ ਹੈ। ਆਤਮਾ ਪ੍ਰਾਤਮਾ ਦੇ ਦਰਸ਼ਨ ਕਰਦੀ ਹੈ। ਉਹੀ ਤਾਂ ਹਰ ਕਥਾ ਹੈ ਭਾਈ। ਜਿਹੜੀ ਇਹਨੂੰ ਸੁਣਨਗੇ ਉਹ ਅਮਰ ਹੋ ਜਾਣਗੇ। ਉਹੀ ਭਗਤ ਜੀ ਸਮਝਾ ਰਹੇ ਨੇ ਵੀ ਸੰਗਤ ਦਾ ਜਿਹੜਾ ਹੈਗਾ ਵਾ ਐਡਾ ਪ੍ਰਭਾਵ ਪੈਂਦਾ ਜੀਵ 'ਤੇ, ਉਹੋ ਜਿਹੀ ਹੋ ਜਾਂਦਾ ਵਾ ਉਹ। ਆਪਾਂ ਸੰਗਤ ਕਿਹਦੀ ਕਰਨੀ ਹੈ? ਗੁਰੂ ਦੀ, ਗੁਰਬਾਣੀ ਦੀ, ਗੁਰ ਸ਼ਬਦ ਦੀ। ਵਿਚਾਰ ਜਿਹੜਾ ਗਿਆਨਵਾਨ ਕੋਈ ਸਿੱਖ ਦੇ ਰਿਹਾ ਸ਼ਬਦ ਦਾ ਗਿਆਨ, ਉਹਦੀ ਸੰਗਤ ਕਰਨੀ ਹੈ। ਫਿਰ ਜਿਹੋ ਜਿਹੀ ਆਪਾਂ ਸੰਗਤ ਕਰਾਂਗੇ ਉਹ ਜਿਹਾ ਅਸਰ ਸਾਡੇ 'ਤੇ ਹੋ ਜਾਂਦਾ ਵਾ। ਭਗਤ ਜੀ ਸਮਝਾਉਂਦੇ ਨੇ, ਕਬੀਰ ਵਾਸਨ ਕਾਰੋ ਪਰਸੀਏ ਕਛਕ ਲਾਗੇ ਦਾਗ। ਕਹਿੰਦੇ ਐਂ ਕਿਵੇਂ ਹੋਊ ਭਗਤ ਜੀ? ਕਹਿੰਦੇ ਭਾਈ ਵੀ ਤੁਸੀਂ ਕਾਲਾ ਭਾਂਡਾ ਚੱਕੋ ਹੱਥਾਂ ਨਾਲ, ਤੁਹਾਡੇ ਹੱਥ ਨਾਲ ਲਿਪਣ ਕਦੇ ਵੀ ਨਹੀਂ ਹੋ ਸਕਦਾ। ਅਸਰ ਹੋਊਗਾ ਉਹਦਾ ਜ਼ਰੂਰ। ਉਹੀ ਭਗਤ ਜੀ ਸਮਝਾ ਰਹੇ ਨੇ, ਕਬੀਰ ਚੰਦਨ ਕਾ ਬਿਰਬਾ ਭਲਿਓ ਬੇੜਿਓ ਟਾਕ ਪਲਾਸ, ਕੋਈ ਵੀ ਚੰਦਨ ਹੋਏ ਰਹੇ ਬਸੇ ਚੰਦਨ ਪਾਸ। ਜਿਹੜੇ ਗੁਰ ਸ਼ਬਦ ਦਾ ਗਿਆਨ ਲੈ ਲੈਂਦੇ ਆ, ਉਹਨਾਂ ਦੇ ਅੰਦਰੋਂ ਖੁਸ਼ਬੂ ਚੰਦਨ ਦੀ ਪੈਦਾ ਹੁੰਦੀ ਹੈ। ਬਾਣੀ ਚੰਦਨ ਹੈ, ਚੰਦਨ ਤੋਂ ਭਾਵ ਹੈ, ਖੁਸ਼ਬੂ ਤੋਂ ਭਾਵ ਹੈ। ਫਿਰ ਗੁਰ ਸ਼ਬਦ ਇਹ ਫੈਲਦੀ ਹੈ। ਦੇਖ ਲਓ ਅੱਜ ਸਤਿਗੁਰਾਂ ਨੂੰ ਸਾਰੀ ਸ੍ਰਿਸ਼ਟੀ ਯਾਦ ਕਰਦੀ ਹੈ, ਭਗਤ ਗੁਰੂ ਸਾਹਿਬਾਨਾਂ ਨੂੰ। ਜਿੱਥੇ ਉਹਨਾਂ ਨੇ ਚਰਨ ਵੀ ਪਾਏ ਉਹਨਾਂ ਦੀ ਵੀ ਪੂਜਾ ਹੁੰਦੀ ਹੈ। ਉਹ ਧਰਤੀ ਦੀ ਪੂਜਾ ਹੁੰਦੀ ਹੈ। ਫਿਰ ਉਹਨਾਂ ਦਾ ਜਿਹੜਾ ਗੁਰ ਸ਼ਬਦ ਦੀ ਕਮਾਈ ਕਰੂ, ਉਹਦਾ ਫਿਰ ਕਿੱਡਾ ਵੱਡਾ ਲਾਭ ਹੋਊ। ਉਹ ਅਸੀਂ ਛੱਡਤਾ, ਤਾਂ ਕਰਕੇ ਸਾਨੂੰ ਇਹਦੀ ਚੰਦਨ ਦੀ ਸੰਗਤ ਨਹੀਂ ਹੁੰਦੀ। ਅੱਗੇ ਆਪਾਂ ਭੱਟਾਂ ਦੇ ਸਤਿਗੁਰਾਂ ਦੇ ਵਚਨ ਲੈਂਦੇ ਹਾਂ। ਭੱਟ ਸਮਝਾ ਰਹੇ ਨੇ ਸੰਗਤ ਕਿਵੇਂ ਪ੍ਰਾਪਤ ਹੋਊਗੀ।
ਚੌਥੇ ਸਵਈਆਂ 'ਚ ਭੱਟ ਸਮਝਾ ਰਹੇ ਨੇ, ਸਤਿਗੁਰ ਨਾਮ ਏਕ ਲਿਵ ਮਨ ਜਪੇ ਦ੍ਰਿੜ, ਤਿਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਉ। ਭੱਟ ਤਾਂ ਇਹ ਸਮਝਾ ਰਹੇ ਨੇ ਭਾਈ ਵੀ ਜਿਹੜੇ ਸਤਿਗੁਰ ਨਾਮ, ਸੱਚ ਦਾ ਗਿਆਨ, ਜਿਹੜਾ ਗੁਰਬਾਣੀ ਦਾ ਗਿਆਨ ਲੈਂਦੇ ਨੇ, ਨਾਮ ਦੀ ਭਗਤੀ ਕਰਦੇ ਨੇ, ਨਾਮ ਦੀ ਪ੍ਰਾਪਤੀ ਖਾਤਰ ਆਪਦਾ ਜੀਵਨ ਲਾਉਂਦੇ ਨੇ, ਏਕ ਲਿਵ ਮਨ ਜਪੇ ਦ੍ਰਿੜ, ਜਿਹੜੇ ਦ੍ਰਿੜ ਕਰ ਲੈਂਦੇ ਨੇ। ਇੱਕ ਕੀ ਹੈ, ਬਾਣੀ ਇੱਕ ਦਾ ਹੀ ਗਿਆਨ ਕਰਾਉਂਦੀ ਹੈ। ਇੱਕ ਹੁਣ ਇਹ ਜੀਵ ਆਇਆ ਵਾ, ਇਹ ਜੁਗ ਮੇ ਏਕੇ ਕੋ ਆਇਆ, ਜਨਮਤ ਮੋਹਿਆ ਮੋਹਣੀ ਮਾਇਆ। ਇੱਕ ਹੁਣ ਆਇਆ ਸੀ, ਮੋਹ ਲਿਆ ਮਾਇਆ ਨੇ, ਸੰਸਾਰੀ ਰਿਸ਼ਤਾ ਨੇ ਫਸਾ ਲਿਆ। ਮਰਨ ਲਿਖਾਏ ਮੰਡਲ ਮੇ ਆਏ, ਜੀਵਨ ਸਾਜੇ ਮਾਈ। ਮਰਨ ਮੰਡਲ ਮੇ ਲਿਖਾ ਕੇ ਆਇਆ ਸੀਗਾ, ਇੱਥੇ ਆ ਕੇ ਭੁੱਲ ਗਿਆ। ਜਿਹਨੇ ਜੀਵਨ ਸਾਜਣਾ ਸੀ, ਆਤਮਾ ਪ੍ਰਾਤਮਾ ਇੱਕ ਹੋਣੀ ਸੀ, ਹਰ ਦਾ ਦਰਸ਼ਨ ਹੋਣਾ ਸੀ, ਉਹਨੂੰ ਛੱਡਤਾ, ਮਾਇਆ ਨੇ ਫਸਾ ਲਿਆ। ਹੁਣ ਮਾਇਆ ਤੋਂ ਫਿਰ ਅਸੀਂ ਬਚ ਕੇ ਨਿਕਲਣਾ ਵਾ, ਪਰ ਗੁਰੂ ਤੋਂ ਬਿਨਾਂ ਸਾਨੂੰ ਕੌਣ ਬਚਾਊਗਾ। ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਓ। ਜਿਹਨੂੰ ਸੱਚ ਦਾ ਗਿਆਨ ਹੋ ਜਾਂਦਾ ਹੈ, ਪਾਪ ਤੋਂ ਭਾਵ ਹੁੰਦਾ ਹੈ ਵਿਰੋਧ। ਜਿਹੜਾ ਅਸੀਂ ਹੁਕਮ ਦਾ ਵਿਰੋਧ ਕਰਦੇ ਹਾਂ, ਸਾਡੇ ਨਾਲ ਕਿਉਂ ਐ ਹੋ ਰਿਹਾ, ਕਾਹਤੇ ਹੋ ਰਿਹਾ, ਇਹੀ ਤਾਂ ਵੱਡਾ ਪਾਪ ਕਰ ਰਹੇ ਹਾਂ ਰੋਜ਼ ਭਾਈ। ਮਹਾਰਾਜ ਨੇ ਤਾਂ ਕਦੇ ਨਹੀਂ ਕਹੀ ਮੈਂ ਨਹੀਂ ਸਾਹ ਦਿੰਦਾ ਭਾਈ, ਤੈਨੂੰ ਬਹੁਤ ਰੌਲਾ ਪਾਉਣਾ, ਤੂੰ ਤੇਰਾ ਸਾਹ ਹੀ ਬੰਦ ਕਰ ਦਿੰਦਾ ਮੈਂ ਅੰਦਰੋਂ। ਉਹ ਤਾਂ ਕਦੇ ਨਹੀਂ ਕਹਿੰਦੇ ਹੈਗੇ। ਉਹ ਤਾਂ 84 ਲੱਖ ਜੋਣੋਂ ਭਾਈ ਮਾਣਕ ਕੋ ਦੀਪ ਵਿੜੇ ਜਾਦੀ ਹੈ, 84 ਲੱਖ ਜੂਨੀ 'ਚ ਆਤਮਾ ਘੁੰਮਦੀ ਹੈ। ਉਹ ਤਾਂ ਜਾਗਦਾ ਵਾ, ਸੁੱਤਾ ਹੀ ਨਹੀਂ ਕਦੇ ਕਿਸੇ ਜੂਨੀ 'ਚ। ਜੇ ਉਹ ਸੌਂ ਗਿਆ ਫਿਰ ਆਪਣਾ ਸਾਹ ਕਿਵੇਂ ਚੱਲੂ। ਉਹਦੇ ਦਰਸ਼ਨ ਕਰਨਾ ਸੀ, ਸਿੱਧਾ ਪਰਮਾਤਮਾ ਦਾ ਦਰਸ਼ਨ ਭਾਲਦਾ ਹੈ। ਪਹਿਲਾਂ ਅੰਤਰ ਆਤਮਾ ਦਾ ਦਰਸ਼ਨ ਹੋਣਾ ਭਾਈ। ਸਤਿਗੁਰ ਜਾਗਤਾ ਹੈ ਦਿਓ, ਭੋਲੀ ਮਾਲਣੀ ਹੈ ਦਿਓ। ਇਹ ਬੁੱਧੀ ਮਨ ਨਾਲ ਜੁੜ ਕੇ ਭੁੱਲ ਗਈ ਇੱਥੇ ਆ ਕੇ। ਹੁਣ ਦੁਬਾਰਾ ਇਹਨੇ ਫਿਰ ਜਾਗਣਾ ਹੈ, ਇਹਦਾ ਅੰਮ੍ਰਿਤ ਵੇਲਾ ਹੋਣਾ, ਆਤਮਾ ਨੇ ਜਾਗਣਾ ਭਾਈ। ਬਾਣੀ ਜਗਾਉਂਦੀ ਹੈ, ਕੌਣ ਜਾਗੂਗਾ? ਜਿਹੜੇ ਇਹਨੂੰ ਸੁਣਨਗੇ ਉਹੀ ਜਾਗਣਗੇ, ਬਾਕੀ ਸੁੱਤੇ ਰਹਿਣਗੇ। ਸਤਿਗੁਰਾਂ ਦੇ ਬਚਨ ਲੈ ਲੈਣੇ ਆਪਾਂ, ਤੀਜੀ ਪਾਤਸ਼ਾਹੀ ਦੇ ਆਨੰਦ ਸਾਹਿਬ ਦੇ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਆਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਬੋਲੇ ਅੰਮ੍ਰਿਤ ਬਾਣੀ। ਉਹ ਤਾਂ ਅੰਮ੍ਰਿਤ ਵੇਲਾ ਹੋ ਗਿਆ ਉਹਨਾਂ ਦਾ ਭਾਈ। ਉਹ ਤਾਂ ਅੰਮ੍ਰਿਤ ਵੇਲੇ ਦੀ ਪ੍ਰਾਪਤੀ ਬਾਰੇ ਸਮਝਾ ਰਹੇ ਨੇ, ਜੇ ਕੋਈ ਸੁਣੇ ਹੀ ਨਾ। ਅੱਗੇ ਸਮਝਾਉਂਦੇ ਨੇ, ਤਾਰਨ ਤਰਨ ਖਿਨ ਮਾਤਰ ਜਾ ਕੋ ਦ੍ਰਿਸ਼ਟ, ਧਾਰੇ ਸ਼ਬਦ ਰਿੱਧ ਵਿਚਾਰੇ। ਕਹਿੰਦੇ ਤਾਰਨ ਵਾਲਾ ਤਾਂ ਇੱਕ ਹੀ ਹੈ ਭਾਈ, ਪਰ ਸੰਸਾਰ 'ਚ ਬੜੀਆਂ ਮੱਤਾਂ ਪੈਦਾ ਹੋ ਗਈਆਂ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਚਲੋ ਆਪਣਾ ਵਿਸ਼ਾ ਨਹੀਂ, ਆਪਾਂ ਕਿਵੇਂ ਨਿਕਲਣਾ ਉਹ ਦੇਖਣਾ ਵਾ। ਖਿਨ ਮਾਤਰ ਜਾ ਕੋ ਦ੍ਰਿਸ਼ਟ ਧਾਰੇ। ਖਿਨ ਦੇ ਵਿੱਚ ਸਾਡਾ ਜੀਵਨ ਬਦਲ ਜਾਂਦਾ ਹੈ ਜੇ ਉਹਦੀ ਨਜ਼ਰ ਹੁੰਦੀ ਹੈ ਕੁਦਰਤ ਦੀ। ਸ਼ਬਦ ਰਿੱਧ ਵਿਚਾਰੇ, ਜਿਹੜੇ ਸ਼ਬਦ ਨੂੰ ਅੰਦਰ ਵਿਚਾਰ ਲੈਂਦੇ ਨੇ। ਅੰਦਰੋਂ ਪਹਿਲਾਂ ਤਾਂ ਬਾਹਰੋਂ ਵਿਚਾਰਨੀ ਹੈ ਅਸੀਂ, ਫਿਰ ਸਾਡਾ ਅੰਤਰਮੁਖੀ ਧਿਆਨ ਹੋ ਜਾਣਾ, ਫਿਰ ਅੰਦਰੋਂ ਸੁਣਨੀ ਹੈ। ਉਹੀ ਤਾਂ ਤੁਰਕੀ ਬਾਣੀ ਹੈ। ਉਹ ਬਿਨਾਂ ਕੰਨਾਂ ਤੋਂ ਸੁਣਨੀ ਹੈ, ਬਿਨਾਂ ਅੱਖਾਂ ਦੇਖਣ ਵਾਲਾ ਮਾਰਗ ਹੈ ਪਰਲਾ, ਜਿੰਨਾ ਵੀ ਹੈ ਪਰਲੋਕ। ਅੱਖਾਂ ਕੰਨਾਂ ਦਾ ਵਿਸ਼ਾ ਹੀ ਨਹੀਂ ਹੈਗਾ, ਬਿਨਾਂ ਅੱਖੀਂ ਦੇਖਣਾ। ਸ਼ਬਦ ਰਿੱਧ ਵਿਚਾਰੇ, ਕਾਮ ਕ੍ਰੋਧ ਖੋਵੇ ਜੀਉ। ਫਿਰ ਸਾਡੀ ਜਿਹੜੀ ਵਕਾਰ ਨੇ, ਜੰਮ, ਇਹ ਸਾਨੂੰ ਛੱਡ ਦਿੰਦੇ ਨੇ। ਸ਼ਬਦ ਦੀ ਵਿਚਾਰ ਤੋਂ ਬਿਨਾਂ ਇਹ ਛੱਡਦੇ ਨਹੀਂ ਭਾਈ। ਸਤਿਗੁਰਾਂ ਦੇ ਵਚਨ ਲੈ ਲੈਣੇ ਆਪਾਂ। ਹਰ ਹਰ ਨਾਮ ਜਪੰਤਿਆਂ, ਕਿਛ ਨਾ ਕਹੇ ਜਮਕਾਲ। ਨਾਨਕ ਮਨ ਤਨ ਸੁਖੀ ਹੋਏ, ਅੰਤੇ ਮਿਲੇ ਗੋਪਾਲ। ਅੰਤ ਨੂੰ ਫਿਰ ਗੋਪਾਲ ਦਾ ਦਰਸ਼ਨ ਹੋ ਜਾਂਦਾ ਵਾ। ਜਦ ਤੱਕ ਜੰਮ ਨਹੀਂ ਛੱਡਣਗੇ, ਦਰਸ਼ਨ ਕਿਵੇਂ ਹੋ ਜਾਊਗਾ। ਜਿਨ ਹਰ ਨਿਰਭਉ ਧਿਆਇਆ, ਤੈਨ ਟੂਟੀ ਜਮ ਕੀ ਫਾਸੀ। ਪਰ ਹਰੀ ਨੂੰ ਅਸੀਂ ਦਾ ਧਿਆਨ ਲਾਇਆ ਹੀ ਨਹੀਂ, ਬਾਣੀ ਕੰਨੀ ਸੁਣੀ ਹੀ ਨਹੀਂ ਸਤਿਗੁਰਾਂ ਦੇ ਵਚਨ ਨੂੰ, ਫਿਰ ਜੰਮ ਕਿਵੇਂ ਛੱਡਣਗੇ ਭਾਈ। ਅੱਗੇ ਭਗਤ ਜੀ ਸਮਝਾਉਂਦੇ ਨੇ, ਜੀਵਨ ਸਭਨ ਦਾਤਾ। ਸਤਿਗੁਰ ਸਮਝਾਉਂਦੇ ਨੇ, ਚਿੰਤਾ ਕਰਨ ਦੀ ਕੋਈ ਲੋੜ ਨਹੀਂ ਭਾਈ ਜੀ ਨੇ ਸੰਸਾਰ ਸਾਜਿਆ ਵਾ, ਚਿੰਤਾ ਉਹਨੂੰ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਣੇ ਆਸਾ ਦੀ ਵਾਰ ਦੇ। ਸੋ ਚਿੰਤਾ ਕਰੇ ਜਿਨੋ ਪਾਇਆ ਜਗ। ਉਹ ਕਹਿੰਦੇ ਤੂੰ ਭਾਈ ਕਾਹਤੇ ਚਿੰਤਾ ਕਰਨਾ, ਜਿਹਨੇ ਜੱਗ ਪੈਦਾ ਕੀਤਾ ਉਹ ਚਿੰਤਾ ਕਰੇ। ਅਸੀਂ ਤਾਂ ਕੁਛ ਪੈਦਾ ਨਹੀਂ ਕੀਤਾ, ਸਾਨੂੰ ਤਾਂ ਉਹਨੇ ਪੈਦਾ ਕੀਤਾ। ਅਸੀਂ ਤਾਂ ਆਪਦੇ ਪਿਓ ਦਾ ਦਰਸ਼ਨ ਕਰਨਾ, ਸਾਨੂੰ ਤਾਂ ਆਪਦੇ ਪਿਓ ਦਾ ਵੀ ਨਹੀਂ ਪਤਾ। ਸਾਡਾ ਪਿਓ ਕੌਣ ਹੈ? ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ। ਅਸੀਂ ਗਾ ਕੇ ਛੱਡ ਦਿੰਦੇ ਨਹੀਂ ਭਾਈ, ਦਰਸ਼ਨ ਕਰਨਾ ਆਪਦੇ ਪਿਓ ਦਾ। ਫਿਰ ਉਦੋਂ ਬਾਅਦ ਦਾਦੇ ਦਾ ਦਰਸ਼ਨ ਕਰਨਾ ਹੈ, ਉਹ ਤਾਂ ਬਹੁਤ ਦੂਰ ਹਲੇ ਖੇਲ ਪਿਆ ਵਾ। ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਝੂਠ ਦੀਆਂ ਮੱਤਾਂ ਦਾ ਇੰਨਾ ਫੈਲਾਅ ਹੋ ਗਿਆ। ਫਰੀਦਾ ਗੱਲੀ ਸੱਜਣ ਵੀ, ਬਾਬਾ ਫਰੀਦ ਜੀ ਸਮਝਾਉਂਦੇ ਨੇ, ਕਹਿੰਦੀ ਫਰੀਦਾ ਗੱਲੀ ਸੱਜਣ ਵੀ, ਇੱਕ ਢੁਢੇਂਦੀ ਨਾਲ ਹਾਂ, ਇੱਕ ਵੀ ਨਹੀਂ ਲੱਭਿਆ ਮੈਨੂੰ। ਗੱਲਾਂ ਨਾਲ ਸਾਰੇ ਬਣੇ ਬੈਠੇ ਨੇ ਪਾਰ ਲਗਾਉਣ ਨੂੰ, ਆਪ ਹਲੇ ਨਿਕਲੇ ਨਹੀਂ ਹੈਗੇ।
ਅਗੰਮ ਗਿਆਨ ਵਿਖਿਆਤਾ। ਅਗੰਮ ਹੈ ਭਾਈ, ਮਨ ਬੁੱਧੀ ਦੀ ਪਕੜ ਤੋਂ ਪਰੇ ਹੈ, ਇਹ ਗਿਆਨ ਤੋਂ ਬਾਅਦ ਹੀ ਉਹਦਾ ਦਰਸ਼ਨ ਹੋਣਾ। ਉਹੀ ਤਾਂ ਬਾਣੀ ਵਿਖਿਆਨ ਕਰ ਰਹੀ ਹੈ। ਐਨਸ ਧਿਆਨ ਧਾਵੇ ਪਲਕ ਨਾ ਸੋਵੇ ਜੀਓ। ਕਹਿੰਦੇ ਐਸਾ ਗਿਆਨ ਹੈ ਉਹਦਾ, ਐਸੀ ਰਹਿਮਤ ਹੁੰਦੀ ਹੈ ਜਦੋਂ ਐਂ ਟਿਕ ਜਾਂਦਾ ਮਨ। ਕਹਿੰਦੇ ਜਿਵੇਂ ਆਪਾਂ ਸਤਿਗੁਰਾਂ ਦੇ ਬਚਨ ਲੈ ਲੈਣੇ ਸੁਖਮਨੀ ਸਾਹਿਬ ਦੇ, ਜਿਉ ਮੰਦਰ ਕੋ ਥਾਮੇ ਥੰਮਨ ਤੂੰ ਗੁਰ ਕਾ ਸ਼ਬਦ ਮਨੇ ਸਤੰਭਣ। ਮਨ ਨੂੰ ਸਤੰਭਣ ਖਾਤਰ, ਥੰਮਣ ਖਾਤਰ ਗੁਰ ਕਾ ਸ਼ਬਦ ਤੁਹਾਨੂੰ ਲੈਣਾ ਹੀ ਪਊ, ਨਹੀਂ ਮਨ ਨਹੀਂ ਟਿਕਦਾ ਭਾਈ। ਮਨ ਟਿਕੇ ਤੋਂ ਬਿਨਾਂ ਭਗਤੀ ਨਹੀਂ ਸ਼ੁਰੂ ਹੋਣੀ। ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣ ਕੋਈ ਨਹੀਂ, ਭਗਤ ਅਸੀਂ ਫਿਰ ਵੀ ਹਾਂ। ਅੱਗੇ ਸਮਝਾਉਂਦੇ ਨੇ, ਜਾ ਕੋ ਦੇਖਤ ਦਰਿੰਦਰ ਜਪੇ। ਜਾ ਕੋ ਦੇਖ ਦਰਿੰਦਰ ਜਾਵੈ, ਨਾਮ ਸੋ ਨਿਧਾਨ ਪਾਵੇ। ਆਹ ਦਰਿੰਦਰ ਸਾਡਾ ਜਿਹੜਾ ਸਾਰਾ ਸੰਸਾਰੀ ਜੰਮਣ ਮਰਨ ਸਾਰੇ ਦੁੱਖ ਕਲੇਸ਼ਾਂ ਦਾ ਦਰਸ਼ਨ ਨਾਲ ਹੀ ਖਤਮ ਹੋ ਜਾਂਦੇ ਨੇ। ਉਹ ਨਾਮ ਦਾ ਖਜ਼ਾਨਾ ਪ੍ਰਾਪਤ ਕਰ ਲੈਂਦਾ। ਗੁਰਮੁਖ ਗਿਆਨ ਦੁਰਮਤ ਮੈਲ ਧੋਵੇ ਜੀ। ਉਹ ਜਿਹੜੇ ਗੁਰਮੁਖ ਹੁੰਦੇ ਨੇ, ਗੁਰਮੁਖ ਕੌਣ ਹੁੰਦੇ ਨੇ ਅਤੇ ਮਨਮੁਖ ਕੌਣ ਹੁੰਦੇ ਨੇ? ਅਸੀਂ ਸਰੀਰ ਕਰਕੇ ਤਾਂ ਗੁਰਮੁਖ ਬਣ ਜਾਂਦੇ ਹਾਂ। ਬਾਣੀ ਨਹੀਂ ਮੰਨਦੀ। ਬਾਣੀ ਮੰਨਦੀ ਹੈ ਜਿਹੜਾ ਭਾਣੇ ਚੱਲਦਾ ਵਾ, ਜਿਹੜਾ ਗੁਰੂ ਭਗਤਾਂ 'ਤੇ ਦਰਸਾਏ ਰਾਹ ਅਨੁਸਾਰ ਚੱਲਦਾ ਹੈ, ਬਾਣੀ ਉਹਨੂੰ ਭਾਈ ਗੁਰਮੁਖ ਮੰਨਦੀ ਹੈ। ਕਹਿੰਦੇ ਜਿਹੜੇ ਉਹ ਹੁੰਦੇ ਨੇ, ਭੱਟ ਸਮਝਾਉਂਦੇ ਨੇ, ਗੁਰਮੁਖ ਗਿਆਨ ਦੁਰਮਤ ਮੈਲ ਧੋਵੇ ਜੀ। ਉਹ ਜਿਹੜੀ ਸਾਡੀ ਦੁਰਮਤ ਹੈ, ਸਾਨੂੰ ਦੂਰ ਰੱਖਦੀ ਸੀ ਆਪਦੇ ਮੂਲ ਤੋਂ, ਹਰ ਤੋਂ, ਆਤਮਾ ਪ੍ਰਾਤਮਾ ਨੂੰ ਤੋੜ ਕੇ ਰੱਖਦੀ ਸੀਗੀ। ਉਹ ਦੁਰਮਤ ਹੈ, ਉਹਨੂੰ ਬਾਣੀ ਵਿੱਚ ਦੁਰਮਤ ਕਿਹਾ, ਦੂਰ ਰੱਖਦੀ ਹੈ ਸਾਨੂੰ। ਉਹ ਮੈਲ ਧੋ ਲੈਂਦਾ। ਅੱਗੇ ਸਤਿਗੁਰ ਸਮਝਾਉਂਦੇ ਨੇ, ਸਤਿਗੁਰ ਨਾਮ ਏਕ ਲਿਵ ਮਨ ਜਪੇ, ਦ੍ਰਿੜ ਤਿਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਓ। ਜਿਹੜੇ ਸਤਿਗੁਰ ਦਾ ਨਾਮ, ਸੱਚ ਦਾ ਗਿਆਨ ਲੈ ਲੈਂਦੇ ਨੇ ਔਰ ਵਿਚਾਰ 'ਚ ਲੱਗੇ ਰਹਿੰਦੇ ਨੇ, ਲਿਵ ਹੁੰਦੀ ਹੈ ਧਿਆਨ। ਕਹਿੰਦੇ ਫਿਰ ਉਹਨੂੰ ਦੁੱਖ ਕਿਵੇਂ ਆਊਗਾ ਭਾਈ? ਉਹ ਦੁੱਖ ਸਾਗਰ ਪਾਰ ਕਰ ਜਾਂਦੇ ਨੇ। ਇਹ ਦੁੱਖ ਸਾਗਰ ਹੈ ਜਿੱਥੇ ਅਸੀਂ ਰਹਿੰਦੇ ਹਾਂ, ਇਹ ਮ੍ਰਿਤ ਲੋਕ ਹੈ। ਅਸੀਂ ਤਾਂ ਇੱਥੋਂ ਜਾਣਾ ਹੀ ਨਹੀਂ ਚਾਹੁੰਦੇ। ਮਰਨ ਲਿਖਾਏ ਮੰਡਲ ਮੇ ਆਏ, ਪਿੱਛੇ ਵਿਚਾਰ ਕੀਤੀ ਆ ਆਪਾਂ, ਲਿਖਾ ਕੇ ਆਏ ਹਾਂ ਦੇਵਲੋਕ 'ਚ, ਤਾਂ ਇਹ ਦੇਹੀ ਮਿਲੀ ਆ, ਕੁਛ ਟਾਈਮ ਲਈ ਮਿਲੀ ਹੈ। ਅਸੀਂ ਤਾਂ ਪੱਕੇ ਇੱਥੇ ਐਡੇ ਬਣਾ ਲਏ ਵੀ ਜਾਣਾ ਹੀ ਨਹੀਂ ਹੈਗਾ। ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੀ। ਕਿੰਨੀ ਕਿੰਨੀ ਉਮਰਾਂ ਹੋ ਜਾਂਦੀਆਂ ਫਿਰ ਵੀ ਜਾਣ ਨੂੰ ਜੀ ਨਹੀਂ ਕਰਦਾ। ਤੁਹਾਡਾ ਜੀ ਨਹੀਂ ਕਰੂਗਾ ਪਰ ਜਾਣਾ ਤਾਂ ਪਊਗਾ ਹੀ, ਲੈ ਜਾਣਾ ਅਗਲੇ ਨੇ। ਭਗਤ ਕਬੀਰ ਜੀ ਦਾ ਆਪਾਂ ਸਲੋਕ ਲੈ ਲੈਂਦੇ, ਕਹੋ ਕਬੀਰ ਤਬ ਹੀ ਨਰ ਜਾਗੇ ਜਬ ਜੰਮ ਕਾ ਡੰਡ ਮੂੜ ਮੇ ਲਾਗੇ। ਕਹਿੰਦੇ ਫਿਰ ਜਾਗਦਾ ਵੀ ਜਾਨੂੰ ਸਮਾਂ ਨਿਕਲ ਜਾਂਦਾ। ਨੌਵੇਂ ਪਾਤਸ਼ਾਹ ਦਾ ਸਲੋਕ ਲੈ ਲੈਂਦੇ ਆਪਾਂ, ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਣ। ਜਾਨੂੰ ਸਮਾਂ ਆ ਗਿਆ, ਕਾਲ ਆ ਜਾਂਦਾ, ਫਿਰ ਕੀ ਕਰੋਗੇ? ਫਿਰ ਇੱਕ ਸਲੋਕ ਹੋਰ ਲੈਂਦੇ ਹਾਂ ਭਗਤ ਕਬੀਰ ਜੀ ਦਾ ਆਪਾਂ। ਕਹਿੰਦੇ ਕਿਵੇਂ ਮਿੰਨਤਾਂ ਕਰਦਾ ਜੀਵ, ਕਿਸੇ ਨੂੰ ਸੁਣਦਾ ਨਹੀਂ, ਅੰਦਰ ਹੀ ਮਿੰਨਤਾਂ ਕਰਦਾ ਵਾ। ਕਰੂੰ ਅਰਦਾਸ ਗਾਉਂ ਕਿਛ ਬਾਕੀ, ਲੇਹੂੰ ਨਵੇਰ ਆਜ ਕੀ ਰਾਤੀ। ਇਹ ਜੰਮੋ ਮੈਨੂੰ ਅੱਜ ਦੀ ਰਾਤ ਛੱਡ ਦਿਓ, ਤੁਹਾਡੇ ਨਾਲ ਮੈਂ ਸਵੇਰੇ ਚੱਲੂੰ। ਮੈਂ ਕੋਈ ਜਿਹੜਾ ਮੇਰਾ ਹਿਸਾਬ ਕਿਤਾਬ ਹੈ ਉਹ ਨਵੇੜ ਲਵਾਂ। ਇੰਨਾ ਟਾਈਮ ਕਿੱਥੇ ਹੁੰਦਾ ਭਾਈ? ਅੱਗੋਂ ਕੀ ਜਵਾਬ ਆਉਂਦਾ, ਅਮਲ ਸਰਾਨੋ ਲੇਖਾ ਦੇਣਾ, ਆਏ ਕਠਨ ਜਮਦੂਤ ਲੈਣਾ। ਅਤੇ ਅਮਲ ਨਹੀਂ ਕੀਤਾ ਸੰਸਾਰ ਦੇ ਵਿੱਚ, ਉੱਥੋਂ ਕੀ ਵਾਅਦਾ ਕਰਕੇ ਆਇਆ ਸੀ, ਇੱਥੇ ਆ ਕੇ ਭੁੱਲ ਗਿਆ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ। ਜੇ ਤੂੰ ਭੁੱਲ ਗਿਆ, ਉਹ ਤਾਂ ਨਹੀਂ ਭੁੱਲਿਆ। ਉਸ ਸਮੇਂ ਅਨੁਸਾਰ ਆਪਾਂ ਨੂੰ ਭਾਈ ਜਾਣਾ ਪੈਣਾ ਵਾ। ਇਹੀ ਸਤਿਗੁਰ ਸਮਝਾ ਰਹੇ ਨੇ। ਆਓ ਸਾਰੇ ਮਿਲ ਕੇ ਇਹ ਭਗਤ ਕਬੀਰ ਜੀ ਦੇ ਸਲੋਕ ਨੂੰ ਵਿਚਾਰੀਏ ਵੀ ਸੰਗਤ ਦਾ ਕਿੰਨਾ ਅਸਰ ਹੁੰਦਾ। ਜੇ ਅਸੀਂ ਗੁਰਸ਼ਬਦ ਦੀ ਗੁਰਬਾਣੀ ਨੂੰ ਸੁਣਦੇ ਰਹਾਂਗੇ, ਇਹਦੀ ਸੰਗਤ ਕਰਦੀ ਰਹੂ ਸਾਡੀ ਬੁੱਧੀ ਮਨ, ਤਾਂ ਬਚੇ ਰਹਾਂਗੇ ਕਾਲ ਤੋਂ। ਉਹੀ ਭਗਤ ਜੀ ਸਮਝਾ ਰਹੇ ਨੇ, ਕਬੀਰ ਚੰਦਨ ਕਾ ਵਿਰਭਾ ਭਲਾ। ਚੰਦਨ ਇੱਕ ਐਸਾ ਵ੍ਰਿਸ਼ ਹੈ, ਉਹਦੀ ਖੁਸ਼ਬੂ ਫੈਲਦੀ ਰਹਿੰਦੀ ਹੈ। ਇਵੇਂ ਸਤਿਗੁਰੂ ਭਗਤਾਂ ਨੇ ਜੋ ਸੰਸਾਰ ਨੂੰ ਦਿੱਤੀ ਹੈ ਇਹ ਦਾਤ, ਇਹ ਜਿਹੜੇ ਵੀ ਸੁਣਨਗੇ ਉਹਨਾਂ ਦੇ ਅੰਦਰੋਂ ਖੁਸ਼ਬੂ ਇਹ ਫੈਲੂਗੀ ਦੂਰ ਦੂਰ। ਇਹ ਸ਼ਬਦ ਲੰਗਰ ਆ ਵੱਧਦਾ ਚਲਾ ਜਾਂਦਾ ਭਾਈ। ਬੇੜਿਓ ਢਾਕ ਪਲਾਸ, ਜਿਹੜਾ ਢਾਕ ਪਲਾਸ ਲੱਕੜੀ ਹੈ, ਸਾਡਾ ਜਿਹੜਾ ਜੀਵਨ ਬੇਕਾਰ ਹੁੰਦਾ ਹੈ, ਪਹਿਲਾਂ ਨਿੱਲ ਹੁੰਦਾ ਹੈ, ਕਿਸੇ ਕਰਮ ਦਾ ਨਹੀਂ ਹੁੰਦਾ। ਆਪਦੇ ਅੰਤ ਅਸੀਂ ਮੰਨਦੇ ਹੁੰਦੇ ਹਾਂ, ਪਰ ਗੁਰਮਤਿ ਅਨੁਸਾਰ ਤਾਂ ਜੇ ਪ੍ਰਾਪਤੀ ਨਾ ਹੋਈ ਨਾਮ ਦੀ, ਤਾਂ ਸਾਡਾ ਸੰਸਾਰ 'ਤੇ ਆਉਣਾ ਗਿਣਿਆ ਹੀ ਨਹੀਂ ਜਾਂਦਾ ਹੈ। ਉਹ ਵੀ ਚੰਦਨ ਹੋਏ ਰਹੇ। ਕਹਿੰਦੇ ਜਿਹੜੇ ਭਾਈ ਗੁਰਸ਼ਬਦ ਦੀ ਵਿਚਾਰ ਕਰਨਗੇ, ਗੁਰੂ ਦੇ ਭਰੋਸਾ ਰੱਖਣਗੇ, ਜਿਹਨਾਂ ਦਾ ਮਨ ਭਾਣੇ 'ਚ ਆਊਗਾ, ਉਹਦਾ ਭਰੋਸਾ ਲੈ ਲੈਣਗੇ ਔਰ ਮਨ ਨੂੰ ਵਸ ਕਰ ਲੈਣਗੇ। ਮਨ ਨੂੰ ਵਸ ਕਰਨ ਦੀ ਵਿਧੀ ਹੈ ਭਾਈ ਇਹ, ਉਹ ਵੀ ਚੰਦਨ ਹੋਏ ਜਾਣ। ਚੰਦਨ ਵਰਗੀ ਹੀ ਖੁਸ਼ਬੂ ਉਹਨਾਂ ਦੇ ਅੰਦਰੋਂ ਪੈਦਾ ਹੋਊਗੀ, ਜਿਵੇਂ ਬ੍ਰਿਸ਼ ਦੇ ਪੈਦਾ ਹੁੰਦੀ ਹੈ, ਇਵੇਂ ਗੁਰਸ਼ਬਦ ਦਾ ਗਿਆਨ ਉਹਨਾਂ ਦੇ ਅੰਦਰੋਂ ਆਪੇ ਹੀ ਪ੍ਰਗਟ ਹੋ ਜਾਊਗਾ। ਫਿਰ ਇਹ ਰੁਕਦਾ ਨਹੀਂ ਹੁੰਦਾ। ਜੇ ਆਪਾਂ ਭਗਤ ਕਬੀਰ ਜੀ ਦਾ ਸਲੋਕ ਲੈ ਲਈਏ,
ਕਬੀਰ ਇਹ ਧਨ ਮੇਰੇ ਹਰ ਕਾ ਨਾਓ, ਗਾਠ ਨਾ ਬਾਂਧੂ ਵੇਚ ਨਾ ਖਾਓ। ਨਾ ਤਾਂ ਭਾਈ ਇਹਨੂੰ ਮੈਂ ਹੁਣ ਰੋਕ ਸਕਦਾ ਵਾਂ, ਗਾਠ ਬੰਨ੍ਹ ਕੇ ਨਹੀਂ ਰੱਖ ਸਕਦਾ, ਮੈਨੂੰ ਹੁਕਮ ਹੈ ਪਿੱਛੋਂ ਦੇਣਾ ਪੈਂਦਾ ਸੰਗਤ ਨੂੰ। ਜੋ ਵੀ ਬੈਠਾ ਵਾ ਪਿਆਸਾ ਨਾਮ ਵਾਲਾ, ਨਾ ਮੈਂ ਇਹਦੀ ਕੀਮਤ ਲੈ ਸਕਦਾ, ਵੇਚ ਵੀ ਨਹੀਂ ਖਾ ਸਕਦਾ। ਜਿਹੜੇ ਵੇਚਦੇ ਨੇ ਉਹ ਗਿਆਨ ਨਹੀਂ ਹੁੰਦਾ ਭਾਈ, ਸੱਚ ਨਹੀਂ ਹੁੰਦਾ, ਨਾਮ ਨਹੀਂ ਹੁੰਦਾ ਹੈਗਾ। ਸਤਿਗੁਰਾਂ ਦੇ ਵਚਨ ਲੈ ਲੈਣੇ ਸੁਖਮਨੀ ਸਾਹਿਬ ਦੇ, ਸਤਿਗੁਰ ਕੋ ਸਿਮਰੀ ਬੇਮੁਤਾਜੇ। ਇਹ ਤਾਂ ਬੇਮੁਤਾਜੀ ਹੁੰਦੇ ਨੇ, ਸੰਸਾਰ ਨਾਲ ਦਾ ਕੋਈ ਸੰਬੰਧ ਹੀ ਨਹੀਂ ਹੁੰਦਾ ਉਹਨਾਂ ਦਾ। ਸੰਸਾਰ ਦਾ ਤਾਂ ਉਹਨਾਂ ਨੂੰ ਸਿਰਫ ਭਲਾ ਕਰਨਾ ਹੁੰਦਾ ਹੈ। ਪਹਿਲਾਂ ਆਪਦਾ ਉਹਨਾਂ ਦਾ ਕਿਵੇਂ ਭਲਾ ਹੁੰਦਾ ਗੁਰਬਾਣੀ ਅਨੁਸਾਰ ਉਹਦੀ ਪ੍ਰਾਪਤੀ ਕਰਦੇ ਨੇ, ਫਿਰ ਸੰਸਾਰ ਨੂੰ ਸਮਝਾਉਂਦੇ ਨੇ ਵੀ ਤੁਹਾਡਾ ਵੀ ਭਲਾ ਇਸ ਤਰੀਕੇ ਨਹੀਂ ਹੋ ਪਾਈ, ਕਿਉਂਕਿ ਉਹਦਾ ਰੂਪ ਹੀ ਐਸਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ। ਉਹਦਾ ਰੂਪ ਹੀ ਇੰਨਾ ਸੁੰਦਰ ਹੈ, ਜਦੋਂ ਬੁੱਧੀ ਦਰਸ਼ਨ ਕਰਦੀ ਹੈ ਬਸ ਉਹਦਾ ਭਲਾ ਹੀ ਹੋ ਜਾਂਦਾ। ਜੋ ਵੀ ਇੱਧਰ ਨੂੰ ਚੱਲੂਗਾ ਭਾਈ ਗੁਰੂ ਭਗਤਾਂ ਦਾ ਦਸਾਏ ਰਾਹ ਤੇ ਉਹਨੂੰ ਲਾਭ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਆਓ ਸਾਰੇ ਮਿਲ ਕੇ ਆਪਾਂ ਇਲਾਹਾ ਲਈਏ, ਆਪਾਂ ਵੀ ਉਹ ਵ੍ਰਿਸ਼ ਵਾਂਗੂ ਚੰਦਨ ਦੀ ਖੁਸ਼ਬੂ ਵਾਂਗੂ ਆਪਾਂ ਵੀ ਗੁਰੂ ਸ਼ਬਦ ਦੀ ਸੰਗਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।